ਵਾਹਿਗੁਰੂ ਜੀ ਜੀ ਕਾ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਆਪ ਜੀ ਨਾਲ ਅਗਲਾ ਸਵਾਲ, ਜਿਸ ਤਰ੍ਹਾਂ ਸਾਰੀ ਸੰਪਰਦਾਵਾਂ ਦੇ ਅੰਦਰ ਬਹੁਤ ਸੁੰਦਰ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਵੀ ਉਪਦੇਸ਼ ਹੈ, ਖੋਜੀ ਉਪਜੈ ਬਾਦੀ ਬਿਨਸੈ ਹੋ ਬਲ ਬਲ ਗੁਰ ਕਰਤਾਰਾ। ਜੀ ਨਿਰਮਲ ਭੇਖ ਦੇ ਅੰਦਰ ਜੋ ਸਿੱਖਿਆ ਦੀ ਪੱਧਤੀ ਹੈ, ਜੋ ਪਠਨ ਪਾਠਨ ਹੈ, ਤੇ ਉਸ ਦੇ ਬਾਰੇ ਥੋੜਾ ਜਿਹਾ ਗਿਆਨ ਸੰਗਤ ਨੂੰ ਜ਼ਰੂਰ ਕਰਵਾਓ ਤੁਸੀਂ। ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦੂਸਰੀਆਂ ਸੰਪਰਦਾਵਾਂ ਦੇ ਵਿੱਚ ਪਠਨ ਪਾਠਨ ਯਾਨੀ ਦੋ ਹੀ ਤੇ ਸੰਪਰਦਾਵਾਂ ਆਪਾਂ ਪਹਿਲਾਂ ਗੱਲ ਕੀਤੀ, ਖਾਲਸਾ ਤੇ ਨਿਰਮਲੇ। ਜੀ, ਇਹ ਦੋਵਾਂ ਦੇ ਵਿੱਚ ਹੀ ਗੁਰੂ ਘਰ ਦੇ ਪ੍ਰਚਾਰ ਦੀ ਪੱਧਤੀ ਹੈ। ਜੀ ਜੀ ਤੇ ਜਿਹੜੀ ਪਠਨ ਪਾਠਨ ਦਾ ਜਿਹੜਾ ਸਵਾਲ ਹੈ ਗੁਰਬਾਣੀ ਦਾ, ਜੀ ਉਹਦੇ 'ਚ ਤੇ ਤਕਰੀਬਨ ਕੋਈ ਜ਼ਿਆਦਾ ਫਰਕ ਨਹੀਂ ਹੈ। ਜੀ ਸ਼ੁਰੂਆਤ ਆਪਾਂ ਵੀ ਜਿਵੇਂ ਪਹਿਲਾਂ ਤੋਂ ਪੁਰਾਤਨ ਮਹਾਂਪੁਰਸ਼ ਕਰਦੇ ਆਏ ਆ ਵੀ ਸਭ ਤੋਂ ਪਹਿਲਾਂ ਜੇ ਕੋਈ ਆਵੇ, ਭਾਵੇਂ ਉਹ ਸਕੂਲੀ ਵਿੱਦਿਆ ਉਹਦੀ ਕਿੰਨੀ ਵੀ ਹੋਵੇ, ਪਰ ਗੁਰਮਤ ਦੀ ਜਿਹੜੀ ਵਿੱਦਿਆ ਆ ਉਹਨੂੰ ਆਪਾਂ ਊੜੇ ਅੜੇ ਤੋਂ ਹੀ ਸ਼ੁਰੂ ਕਰਾਉਣੀ ਹੈ। ਜੀ, ਭਾਵੇਂ ਉਹ PhD ਹੋਵੇ, ਭਾਵੇਂ ਉਹ ਕੁਝ ਵੀ ਹੋਵੇ। ਜੀ ਜੀ ਉਹ ਜਿਹੜੀ ਗੁਰੂ ਘਰ ਦੀ ਮਰਜ਼ਾਦਾ ਆ ਉਹ ਆ ਊੜਾ ਅੜਾ, ਜੀ ਮੁਹਾਰਨੀ। ਜੀ ਉਹਦੇ ਬਾਅਦ ਯਾਨੀ ਪੰਜਾਬੀ ਪੜ੍ਹਨੀ ਆ ਜੇ, ਫਿਰ ਨਿਤਨੇਮ, ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿ ਰਾਸ ਕੀਰਤਨ ਸੋਹਲਾ। ਉਹਦੇ ਬਾਅਦ ਫਿਰ ਸੁੰਦਰ ਗੁਟਕਾ, ਫਿਰ ਪੰਜ ਗ੍ਰੰਥੀ, ਫਿਰ 22 ਵਾਰਾਂ, ਫਿਰ ਭਗਤ ਬਾਣੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਉਹ ਵੀ ਲੜੀਵਾਰ, ਜੀ ਪਾਦਸ਼ੇਦ ਨਹੀਂ, ਲੜੀਵਾਰ। ਉਸ ਤੋਂ ਬਾਅਦ ਦਸਮ ਗ੍ਰੰਥ ਸਾਹਿਬ ਦੀ ਸੰਥਿਆ, ਫਿਰ ਸਰਬਲੋਹ ਦੀ ਸੰਥਿਆ, ਫਿਰ ਜਿਹੜੇ ਮਤਲਬ ਆਪਣੇ ਕਥਾ ਜਿਹਨੇ ਕਿਤੇ ਸਿੱਖਣੀ ਆ, ਨਹੀਂ ਉਹ ਗੁਰਪ੍ਰਤਾਪ ਤੇ ਬਾਅਦ ਪਹਿਲਾਂ ਜਿਵੇਂ ਸਾਰ ਕੁਤਾਵਲੀ, ਭਾਵਰ ਸਾਮਰਤ, ਵਿਚਾਰਮਾਲਾ, ਅਧਿਆਤਮ ਪ੍ਰਕਾਸ਼। ਫਿਰ ਅੱਜ ਕੱਲ੍ਹ ਤੇ ਵੈਸੇ ਇਹ ਗ੍ਰੰਥ ਪਠਨ ਪਾਠਨ ਘਟ ਗਿਆ ਹੈ, ਪਰ ਨਿਰਮਲ ਸੰਪਰਦਾਇ 'ਚ ਹੈ। ਇਹਨਾਂ ਗ੍ਰੰਥਾਂ ਤੋਂ ਬਾਅਦ ਜਿਵੇਂ ਪ੍ਰਬੋਧ ਚੰਦਰ ਨਾਟਕ, ਹਨੂਮਾਨ ਨਾਟਕ ਜੀ ਤੇ ਵਿਚਾਰ ਸਾਗਰ, ਜਿਹੜੇ ਤਤਵ ਅਨੁਸੰਧਾਨ, ਬਿਰਤੀ ਪ੍ਰਭਾਕਰ, ਮੋਕਸ਼ ਪੰਥ ਪ੍ਰਕਾਸ਼, ਜੀ ਇਹ ਗ੍ਰੰਥ ਇਹ ਪੜ੍ਹਾਏ ਜਾਂਦੇ ਆ। ਫਿਰ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰਬਿਲਾਸ, ਇਹ ਸਾਰੇ ਜਿੰਨੇ ਗੁਰਮਤ ਦੇ ਗ੍ਰੰਥ ਹੈ ਜੀ ਇਹ ਪੜ੍ਹਾਏ ਜਾਂਦੇ ਆ। ਜੀ ਜੀ ਔਰ ਪੜ੍ਹਾਏ ਵੀ ਇਸ ਹਿਸਾਬ ਨਾਲ ਜਾਂਦੇ ਆ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਚਿੰਤਨ ਮੰਨਣ ਦੇ ਸਹਿਤ। ਬਹੁਤ ਵੀ ਜੇ ਉਹਨਾਂ ਗ੍ਰੰਥਾਂ ਦੇ ਉੱਤੇ ਕੱਲ ਆਪਾਂ ਨੂੰ ਕਿਸੇ ਦੂਸਰੇ ਮਤ ਦੇ ਨਾਲ ਜਾਂ ਆਪਣੇ ਵਿੱਚੋਂ ਹੀ ਕੋਈ ਸ਼ੰਕਾ ਬੰਦਾ ਕਰਕੇ ਆ ਜੇ, ਜਾਂ ਜਗਿਆਸਾ ਨਾਲ ਵੀ ਕੋਈ ਆ ਜਾਏ, ਤੇ ਉਹਦੀ ਨਿਵਰਤੀ ਤੇ ਕਰਦੇ ਹੀ ਕਰਦੇ ਆ। ਤੇ ਜੇ ਕੋਈ ਸ਼ੰਕਾ ਦੇ ਸਹਿਤ ਵੀ ਆ ਜਾਏ, ਜੀ ਜੀ ਸ਼ਾਸਤਰਾਰਥ ਤੇ ਵੀ ਆ ਜਾਏ, ਜੀ ਤੇ ਉਹਦੀ ਵੀ ਮਤਲਬ ਜਿਹੜੀ ਆ ਉਹਦੇ ਨਾਲ ਸ਼ਾਸਤਰਾਰਥ ਨਾਲ ਉਹਨੂੰ ਸਹਿਮਤ ਕਰਨਾ, ਯੁਕਤੀ ਦੇ ਨਾਲ ਉਹਨੂੰ ਸਹਿਮਤ ਕਰਨਾ, ਸੰਵਾਦ ਕਰਕੇ ਉਹਨੂੰ ਉਸ ਗੱਲ ਦੇ ਨਾਲ ਸਹਿਮਤ ਕਰਨਾ, ਨਿਰੁੱਤਰ ਕਰਨਾ। ਇਹ ਹਾਂ, ਇਹਦਾ ਇੱਕ ਜਿਵੇਂ ਚੇਤਾ ਹੀ ਆ ਗਿਆ ਵਿੱਚ ਬਚਨ ਚੱਲਦੇ ਚੱਲਦੇ, ਜਿਵੇਂ ਕਿ ਇੱਕ ਵਾਰ ਬਨਾਰਸ ਦੇ ਵਿੱਚੋਂ ਪੰਡਤ ਲੋਕਾਂ ਦਾ ਇੱਕ ਸਵਾਲ ਆਇਆ। ਸਵਾਲ ਕੀ ਸ਼ੰਕਾ ਆਈ, ਉਹ ਵੀ ਵਾਹਿਗੁਰੂ ਮੰਤਰ ਤੇ, ਵੀ ਜਿਹੜਾ ਵਾਹਿਗੁਰੂ ਮੰਤਰ ਹੈ ਇਹਦਾ ਕੋਈ ਤੁਹਾਡਾ ਅਰਥ ਸਾਡੇ ਅਨੁਕੂਲ ਸਾਨੂੰ ਲੱਗਦਾ ਨਹੀਂ ਆ। ਉਹਨਾਂ ਪੰਡਤਾਂ ਨੇ ਕਿਹਾ ਵੀ ਇਹਦਾ ਕੋਈ ਅਰਥ ਨਹੀਂ ਨਿਕਲਦਾ, ਤੇ ਜੇ ਹੈ ਵਿਆਕਰਨ ਵੇਦ ਅਨੁਸਾਰ, ਜੇ ਕੁਛ ਹੈ ਸ਼ਾਸਤਰਾਂ ਅਨੁਸਾਰ, ਤੇ ਸਾਨੂੰ ਕੋਈ ਕਰਕੇ ਦਿਖਾਵੇ। ਪੂਰੇ ਸਿੱਖ ਪੰਥ ਨੂੰ ਚੈਲੰਜ ਆਇਆ ਵੀ ਕੋਈ ਕਰਕੇ ਦਿਖਾਵੇ। ਤੇ ਉਦੋਂ ਫਿਰ ਸਾਡੇ ਇੱਕ ਵਿਦਵਾਨ ਨਿਰਮਲਿਆਂ ਦੇ ਸਨ, ਪੰਡਤ ਤਾਰਾ ਸਿੰਘ ਜੀ ਨਰੋਤਮ ਮਹਾਰਾਜ, ਜਿਹੜੇ ਬਹੁਤ ਵੱਡੀ ਮਹਾਨ ਹਸਤੀ। ਉਹਨਾਂ ਨੇ ਫਿਰ ਕਿਹਾ ਵੀ ਸਿੱਖ ਪੰਥ ਸਾਰੇ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਇਸ ਵੇਲੇ ਮਤਲਬ ਸਾਡੀ ਸਿਰਮੌਰ ਹਸਤੀ ਹੋ, ਤਾਂ ਤੁਸੀਂ ਜਾਓ ਬਨਾਰਸ। ਫਿਰ ਉਹ ਬਨਾਰਸ ਚੇਚੇ ਤੌਰ ਤੇ ਗਏ। ਉਹਨਾਂ ਨੇ ਜਾ ਕੇ ਉੱਥੋਂ ਦੇ ਪੰਡਤ ਸਭਾ, ਜਿਹੜੇ ਵੱਡੇ ਵੱਡੇ ਵਿਦਵਾਨ ਸੀ, ਉਹਨਾਂ ਨੂੰ ਬੁਲਾ ਕੇ ਕਿਹਾ ਵੀ ਹਾਂ ਮੈਂ ਸਿੱਖ ਪੰਥ ਦਾ ਨੁਮਾਇੰਦਾ ਵਾਂ, ਮੈਂ ਆਇਆ ਵਾਂ, ਤੇ ਦੱਸੋ ਕੀ ਹੈ। ਤੇ ਉਹਨਾਂ ਨੇ ਕਿਹਾ ਵੀ ਇਹੋ ਹੀ ਮਹਾਰਾਜ ਪ੍ਰਸ਼ਨ ਹੈ ਵੀ ਵਾਹਿਗੁਰੂ ਮੰਤਰ ਦਾ ਜਿਹੜਾ ਅਰਥ ਹੈ ਵਿਆਕਰਨ, ਨਿਆਏ, ਵਿਦਾਂਤ ਅਨੁਸਾਰ ਕਰਕੇ ਦਿਖਾਓ। ਜੇ ਕਰ ਜਾਓ ਤਾਂ ਠੀਕ ਹੈ, ਨਹੀਂ ਤਾਂ ਫਿਰ ਹਾਰ ਕੇ ਜਾਓਗੇ। ਉਹਨਾਂ ਯਾਨੀ ਸ਼ਾਸਤਰਾਰਥ ਵਾਸਤੇ ਚੈਲੰਜ ਕੀਤਾ, ਤੇ ਉਹਨਾਂ ਨੇ ਕਿਹਾ ਠੀਕ ਆ, ਪੰਡਤ ਸਭਾ ਬੁਲਾਈ ਜਾਏ। ਪੰਡਤ ਸਾਰੇ ਜਿਹੜੇ ਸੀ ਉਹ ਆ ਗਏ ਵਿਦਵਾਨ। ਉਹਨਾਂ ਨੇ ਕਿਹਾ ਵੀ ਮਤਲਬ ਸਾਰੇ ਪੰਡਤ ਲੋਕ ਜਿਹੜੇ ਆ ਕਾਪੀ ਪੈਨਸਲ ਆਪਣੀ ਲੈ ਕੇ ਬੈਠੋ। ਉਹਨਾਂ ਕਿਹਾ ਕਿੰਨੇ ਅਰਥ ਕਹਿੰਦੇ ਜੇ ਕਰਾਂ ਮੈਂ ਵਾਹਿਗੁਰੂ ਮੰਤਰ ਦੇ, ਕਿੰਨੇ ਅਰਥ ਕਹਿੰਦੇ ਜੇ ਵੇਦ ਸਿਮਰਤੀ ਸ਼ਾਸਤਰ ਨਿਆਏ ਅਨੁਸਾਰ ਕਿੰਨੇ ਅਰਥ ਕਰਾਂ। ਉਹ ਕਹਿੰਦੇ ਮਹਾਰਾਜ ਇੱਕ ਅਰਥ ਕਰ ਦਿਓ, ਬਹੁਤ ਆ। ਤੇ ਉਹ ਕਹਿੰਦੇ ਵੀ ਜੇ ਅਰਥ ਤੁਹਾਡੇ ਅਨੁਕੂਲ ਹੋਇਆ ਤੇ ਤੁਹਾਨੂੰ ਇੱਥੇ ਮੱਥਾ ਟੇਕਣਾ ਪਏਗਾ, ਮੰਨਣਾ ਪਏਗਾ ਵੀ ਅਸੀਂ ਹਾਰ ਗਏ। ਜੇ ਤੁਹਾਡੇ ਅਨੁਕੂਲ ਨਾ ਹੋਇਆ ਤੇ ਮੈਨੂੰ ਕੰਨੋਂ ਫੜ ਕੇ ਸਟੇਜ ਤੋਂ ਥੱਲੇ ਲਾ ਦਿਓ, ਮੈਂ ਮੰਨੂਗਾ ਵੀ ਮੈਂ ਹਾਰ ਗਿਆ। ਬੈਠੋ। ਬੈਠ ਗਏ। ਉਹਨਾਂ ਨੇ ਕਿਹਾ ਮੈਂ ਇੱਕ ਨਹੀਂ, ਮੈਂ 17 ਅਰਥ ਕਰੂੰਗਾ ਵਾਹਿਗੁਰੂ ਗੁਰਮੰਤਰ। ਹਾਂ, ਕੱਲਾ ਕੱਲਾ ਅਰਥ ਲਿਖੀ ਜਾਇਓ, ਤੇ ਫਿਰ ਮੈਨੂੰ ਕਿਉਂ।
ਉਹਨਾਂ ਫਿਰ ਮਹਾਂਪੁਰਖਾਂ ਨੇ ਕਲਗੀਧਰ ਮਹਾਰਾਜ ਦਾ ਸਿਮਰਨ ਕਰਕੇ ਧੰਨ ਗੁਰੂ ਤੇ ਗੋਬਿੰਦ ਸਿੰਘ। ਹਾਂ ਜਦੋਂ ਫਿਰ ਉਹਨਾਂ ਨੇ ਮਹਾਂਪੁਰਖਾਂ ਨੇ ਉਹ 17 ਅਰਥ ਕੀਤੇ ਤੇ ਪੰਡਤ ਨਿਰੁੱਤਰ ਹੋ ਗਏ, ਉਹਨਾਂ ਮੱਥਾ ਟੇਕਿਆ ਬਹੁਤ ਖੂਬ। ਵੀ ਸਾਡੇ ਕੋਲ ਮਹਾਰਾਜ ਗਲਤੀ ਹੋ ਗਈ। ਦੂਸਰੀ ਉਦਾਹਰਣ ਇੱਕ ਹੋਰ ਆ, ਪੰਡਤ ਇੱਕ ਸਾਡੇ ਹੋਏ ਆ ਪਾਕਿਸਤਾਨ ਦੇ ਸੀ ਉਹ ਮਹਾਂਪੁਰਖ, ਜੀ ਉਹਨਾਂ ਨੇ ਨਿਹਾਲ ਸਿੰਘ ਜੀ ਮਹਾਰਾਜ, ਪੰਡਤ ਨਿਹਾਲ ਸਿੰਘ ਜੀ ਮਹਾਰਾਜ, ਦਇਆਨੰਦ ਜਿਹੜੇ ਆਰਿਆ ਸਮਾਜੀ ਸੀ ਦਇਆਨੰਦ ਜੀ, ਜੀ ਉਹ ਇੱਕ ਵਾਰੀ ਕਿਤੇ ਅੰਮ੍ਰਿਤਸਰ ਆਏ। ਉਹਨਾਂ ਪੈ ਖਾਲਸਾ ਜਿਹੜਾ ਸ਼ਬਦ ਹੈ ਨਾ, ਇਹਦਾ ਕੋਈ ਅਰਥ ਕਰਕੇ ਦਿਖਾਵੇ ਤੁਹਾਡੇ ਚੋਂ। ਅੱਛਾ ਜੀ। ਖਾਲਸਾ ਤੁਸੀਂ ਕਹਿੰਦੇ ਤੇ ਹੋ, ਪਰ ਖਾਲਸੇ ਦਾ ਅਰਥ ਕੀ ਹੈ? ਤੁਹਾਡੇ ਅਰਥਾਂ ਤੋਂ ਮੈਂ ਸੰਤੁਸ਼ਟ ਨਹੀਂ ਆ, ਜੀ ਮੈਨੂੰ ਸ਼ੰਕਾ ਆ। ਕੋਈ ਹੈ ਤੁਹਾਡੇ ਵਿੱਚੋਂ ਹੂੰ। ਸਿੱਖ ਪੰਥ ਚੋਂ? ਉਸ ਸਮੇਂ ਪੰਡਤ ਨਿਹਾਲ ਸਿੰਘ ਜੀ ਮਹਾਰਾਜ ਅੰਮ੍ਰਿਤਸਰ ਹੀ ਰਹਿੰਦੇ ਸੀ। ਅੱਛਾ ਜੀ। ਤੇ ਉਹਨਾਂ ਨੂੰ ਜਦੋਂ ਖਬਰ ਮਿਲੀ, ਉਹਨਾਂ ਨੇ ਫਿਰ ਉਹਨੂੰ ਕਿਹਾ, ਦਇਆਨੰਦ ਜੀ ਮਹਾਰਾਜ ਨੂੰ ਕਿਹਾ ਭਈ ਕੱਲ੍ਹ ਨੂੰ ਸ਼ਾਸਤਰਾਰਥ ਹੋਏਗਾ, ਪੂਰੇ ਸ਼ਹਿਰ ਦੇ ਵਿੱਚ ਮਤਲਬ ਲੌਸਮੈਂਟ ਕੀਤੀ ਜਾਏ ਤੇ ਕੱਲ੍ਹ ਨੂੰ ਸ਼ਾਸਤਰਾਰਥ ਹੋਏਗਾ ਤੇ ਪੂਰੇ ਸ਼ਹਿਰ ਦੇ ਲੋਕ ਆ ਕੇ ਸੁਣੋ, ਮੈਂ ਸਾਰਿਆਂ ਦੇ ਵਿੱਚ ਉੱਤਰ ਦੇਵਾਂਗਾ। ਜੀ ਜੀ। ਤੇ ਕਹਿੰਦੇ ਵੀ ਸ਼ਹਿਰ ਦੇ ਵਿੱਚ ਯਾਨੀ ਸਾਰਿਆਂ ਨੂੰ ਤਲਾਹ ਦਿੱਤੀ ਗਈ ਵੀ ਕੱਲ੍ਹ ਨੂੰ ਸ਼ਾਸਤਰਾਰਥ ਹੋਏਗਾ। ਜੀ ਜੀ। ਉਹਨਾਂ ਮਹਾਂਪੁਰਖਾਂ ਨੇ ਦੂਸਰੇ ਦਿਨ ਜਦੋਂ ਜਵਾਬ ਦੇਣਾ ਸੀ ਨਾ, ਉਹਨਾਂ ਨੇ ਉਸੇ ਰਾਤ ਹੀ ਇੱਕ ਗ੍ਰੰਥ ਲਿਖਿਆ ਜਿਹਦਾ ਨਾਮ ਆ ਖਾਲਸਾ ਸ਼ਤਕ। ਖਾਲਸਾ ਸ਼ਤਕ। ਉਹਦੇ ਵਿੱਚ 100 ਸ਼ਲੋਕ ਆ ਖਾਲਸੇ ਦੀ ਮਹਿਮਾ ਦਾ। ਉਹ ਗ੍ਰੰਥ ਲੈ ਕੇ ਅਗਲੇ ਦਿਨ ਲਿਖ ਕੇ ਗਏ ਤੇ ਉਹਨਾਂ ਇੱਕੇ ਰਾਤ 'ਚ ਜਦੋਂ ਫਿਰ ਉਹਨਾਂ ਨੇ ਪੰਡਤ ਜੀ ਮਹਾਰਾਜ ਨਾਲ ਆਰੀਆਨੰਦ ਜੀ ਨਾਲ ਉਹਦੇ ਨਾਲ ਦਇਆਨੰਦ ਜੀ ਨਾਲ ਕੀਤਾ ਸ਼ਾਸਤਰਾਰਥ। ਜੀ ਜੀ ਜੀ। ਤੇ ਉਹ ਮਹਾਰਾਜ ਅਜੇ ਉਹਨਾਂ ਸ਼ੁਰੂ ਹੀ ਕੀਤਾ ਸੀ ਤੇ ਉਹਨੇ ਡੰਡੌਤ ਕੀਤੀ। ਉਹਨਾਂ ਕਿਹਾ ਮਹਾਰਾਜ ਸਾਨੂੰ, ਮੈਂ ਭੁੱਲ ਗਿਆ, ਮੈਨੂੰ ਪਤਾ ਨਹੀਂ ਸੀ। ਯਾਨੀ ਮਾਣ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ। ਨਿਰਮਲ ਭੇਖ ਦੇ ਅੰਦਰ ਜੋ ਸ਼ਾਸਤਰੀ ਜੀ ਨੇ ਅੱਜ ਸਾਡੇ ਨੇਤਰਾਂ ਦੇ ਅੰਦਰ ਪ੍ਰਕਾਸ਼ ਪਾਇਆ ਹੈ, ਜੋ ਸਾਡੇ ਸਰਵਣਾ ਦੇ ਅੰਦਰ ਅੰਮ੍ਰਿਤ ਦੀਆਂ ਘੁੱਟਾਂ ਡੋਲੀਆਂ ਨੇ, ਇਹ ਵਾਕਈ ਬਹੁਤ ਉਸਤਤਯੋਗ ਹੈ। ਅੱਜ ਸਾਡੇ ਨਾਲ ਜਦੋਂ ਸ਼ਾਸਤਰੀ ਜੀ ਦੀ ਹੈ ਸਾਰੀ ਤੁਸੀਂ ਵਾਰਤਾ ਸੁਣ ਰਹੇ ਹੋ ਇੰਟਰਵਿਊ ਰੂਪ ਦੇ ਅੰਦਰ, ਮੈਂ ਆਪਣੇ ਆਪ ਨੂੰ ਬੜਾ ਧੰਨਤਾ ਦਾ ਪਾਤਰ ਸਮਝਦਾ ਜੋ ਇਹਨਾਂ ਨੇ ਪੰਡਤ ਨਿਹਾਲ ਸਿੰਘ ਜੀ ਦਾ ਜ਼ਿਕਰ ਕੀਤਾ ਹੁਣੇ, ਜਿਨ੍ਹਾਂ ਨੇ ਐਡੇ ਮਹਾਨ ਗ੍ਰੰਥ ਦੀ ਰਚਨਾ ਇੱਕੋ ਰਾਤ 'ਚ ਕਰ ਦਿੱਤੀ। ਕਿੱਡੀ ਵੱਡੀ ਗੱਲ ਹੈ। ਬਹੁਤ ਨਿਰਮਲ ਭੇਖ ਦੇ ਅੰਦਰ ਐਡੇ ਐਡੇ ਮਹਾਨ ਵਿਦਵਾਨ ਪੰਡਤ ਤਾਰਾ ਸਿੰਘ ਨਰੋਤਮ ਜੀ ਨੇ, ਸੰਤ ਜੀ ਨੇ ਦੱਸਿਆ 17 ਅਰਥ ਗੁਰਮੰਤਰ ਦੇ, ਉਹ ਵੀ ਹੈਗੇ ਆ 17 ਅਰਥ, ਉਹ ਵੀ ਅੱਜ ਵੀ ਮੌਜੂਦ ਹੈ ਆਪਣੇ ਕੋਲ। 17 ਅਰਥ ਜਿਹੜੇ ਉਹਨਾਂ ਕੀਤੇ ਸੀ ਨਾ, ਉਹ ਵੀ ਉਹਨਾਂ ਦਾ ਇੱਕ ਆਪਣਾ ਹੀ ਗ੍ਰੰਥ ਹੈ, ਗੁਰਮਤਿ ਨਿਰਣੈ ਸਾਗਰ। ਜੀ ਜੀ ਜੀ। ਉਹ ਉਹਨਾਂ ਦਾ ਆਪਣਾ ਹੀ ਗ੍ਰੰਥ ਹੈ, ਉਹਦੇ ਵਿੱਚ ਉਹ 17 ਅਰਥ ਮੌਜੂਦ ਹੈ। ਜੀ ਜੀ ਜੀ। ਤੇ ਦੂਸਰੀ ਮਤਲਬ ਜਿਵੇਂ ਆਪਾਂ ਪੱਧਤੀ ਦੀ ਗੱਲ ਕਰ ਰਹੇ ਹਾਂ, ਇਹ ਤੇ ਆਪਣੀ ਗੁਰਮਤਿ ਦੀ ਜਿਹੜੀ ਗ੍ਰੰਥਾਂ ਦੀ ਹੋ ਗਈ ਸਟੱਡੀ ਪੱਧਤੀ ਪੜ੍ਹਨ ਦੀ। ਫਿਰ ਸੰਸਕ੍ਰਿਤ ਵਾਲੇ ਪਾਸੇ, ਜੀ ਸੰਸਕ੍ਰਿਤ ਵਾਲਾ ਵੀ ਅਧਿਐਨ ਨਾਲ ਬਰਾਬਰ ਚੱਲਦਾ ਨਾ ਨਿਰਮਲ ਸੰਪਰਦਾਇ ਦੇ ਵਿੱਚ। ਜੀ ਆਪ ਜੀ ਨੇ ਤੇ ਦੱਸਿਆ ਉਹਦੇ ਵਿੱਚ ਜਿਵੇਂ ਵਿਆਕਰਨ, ਨਿਆਏ, ਸਾਂਖਿਆ, ਮੀਮਾਂਸਾ, ਯੋਗ ਤੇ ਵੇਦਾਂਤ ਸ਼ਾਸਤਰ ਤੇ ਵੇਦ ਤੇ ਭਾਗਵਤ, ਰਾਮਾਇਣ, ਗੀਤਾ, ਉਪਨਿਸ਼ਦ, ਜਿਹੜਾ ਵੀ ਉਧਰ ਦਾ ਸਾਹਿਤ ਹੈ, ਸਾਰਾ ਹੀ ਨਿਰਮਲ ਸੰਪਰਦਾਇ ਦੇ ਅੰਦਰ ਇਸੇ ਤਰ੍ਹਾਂ ਹੀ ਪੜ੍ਹਾਇਆ ਜਾਂਦਾ ਵੀ ਪੜ੍ਹ ਕੇ ਤੇ ਕੱਲ੍ਹ ਨੂੰ ਜਿਵੇਂ ਉਧਰ ਇੱਕ ਬਨਾਰਸ ਵਰਗੇ ਜਿਹੜੇ ਖੇਤਰ ਆ ਨਾ, ਉਹਨਾਂ ਦੇ ਵਿੱਚ ਇੱਕ ਸ਼ਾਸਤਰਾਰਥ ਪੱਧਤੀ ਚੱਲਦੀ ਹੈ, ਪੂਰਬ ਉੱਤਰ ਪਕਸ਼ ਚੱਲਦਾ ਹੈ। ਜੀ ਜੀ। ਉੱਥੇ ਸ਼ਾਸਤਰ ਯਾਨੀ ਸੰਵਾਦ ਕਰਨ ਦੀ ਵਿਧੀ ਇਹ ਹੈ ਕਿ ਆਪਾਂ ਇੱਕ ਨੇ ਪੂਰਬ ਪਕਸ਼, ਦੂਸਰੇ ਉੱਤਰ ਪਕਸ਼, ਤੇ ਇਸ ਹਿਸਾਬ ਨਾਲ ਵਿਦਵਾਨ ਹੁਣ ਵੀ ਜਿਹੜੇ ਨਿਰਮਲੇ ਵਿਦਿਆਰਥੀ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਆ ਵੀ ਉੱਥੋਂ ਦੀ ਸ਼ਾਸਤਰਾਰਥ ਦੀ ਜਿਹੜੀ ਪਰੰਪਰਾ ਉਹਦੇ ਵਿੱਚ ਵੀ ਬੈਠਦੇ ਆ ਵਿਦਿਆਰਥੀ। ਪਹਿਲਾਂ ਵੀ ਬੈਠਦੇ ਰਹੇ ਆ, ਹੁਣ ਵੀ ਬੈਠਦੇ ਆ, ਉਹ ਸ਼ਾਸਤਰਾਰਥ ਦੇ ਵਿੱਚ ਵੀ ਬੈਠਦੇ ਆ ਵੀ ਕੱਲ੍ਹ ਨੂੰ ਸਾਨੂੰ ਕੋਈ ਇਸ ਤਰ੍ਹਾਂ ਜਿਵੇਂ ਉਸ ਸਮੇਂ ਸਵਾਲ ਆਇਆ ਸੀ, ਤੇ ਜਦ ਕੋਈ ਸਵਾਲ ਆਉਂਦਾ ਆ ਤੇ ਉਹ ਕਿਉਂਕਿ ਸਾਡੀ ਡਿਊਟੀ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਈ ਹੈ ਵੀ ਸ਼ਾਸਤਰ ਦੀ ਜਿਹੜੀ ਵਿੱਦਿਆ ਨਾ ਉਹ ਤੁਹਾਡੇ ਕੋਲ ਹੈ। ਇਹਦੇ ਵਾਸਤੇ ਇੱਕ ਜਿਵੇਂ ਹੁਣ ਚੱਲਦੇ ਚੱਲਦੇ ਇੱਕ ਬਚਨ ਯਾਦ ਆ ਗਿਆ, ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲ ਸੰਪਰਦਾਇ ਦੇ ਮਹਾਨ ਵਿਭੂਤੀ, ਉਹਨਾਂ ਨੇ ਕਈ ਗ੍ਰੰਥ, ਉਹਨਾਂ ਦਾ ਆਸ਼ਰਮ ਸੀ ਕੁਰੂਕਸ਼ੇਤਰ, ਬਿਲਕੁਲ ਤੁਹਾਡੇ ਕੋਲ। ਇਸ ਵੇਲੇ ਯਾਨੀ ਉਹ ਨਹੀਂ ਹੈ, ਉਹਨਾਂ ਦਾ ਸਰਸਵਤੀ ਦੇ ਕੰਢੇ ਤੇ ਉਹਨਾਂ ਦਾ ਮਤਲਬ ਆਸ਼ਰਮ ਸੀ। ਉਹ ਸੀ ਪੰਡਤ ਮਾਨ ਸਿੰਘ ਮਹਾਰਾਜ ਦੇ ਸ਼ਿਸ਼, ਜਿਹੜੇ ਪੰਡਤ ਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਹਜੂਰੀ ਸਿੱਖ, ਅੱਛਾ ਜੀ, ਹਜੂਰ ਸਾਹਿਬ ਮਹਾਰਾਜ ਦੇ ਨਾਲ ਸੀ ਉਹ ਪੰਡਤ ਮਾਨ ਸਿੰਘ ਜੀ। ਉਹਨਾਂ ਦੇ ਚੇਲੇ ਸੀ ਪੰਡਤ ਗੁਲਾਬ ਸਿੰਘ ਜੀ, ਤੇ ਉਹਨਾਂ ਨੇ ਕਈ ਗ੍ਰੰਥ ਲਿਖੇ। ਉਹਨਾਂ ਨੇ ਇੱਕ ਗ੍ਰੰਥ ਲਿਖਿਆ ਮੋਕਸ਼ ਪੰਥ ਪ੍ਰਕਾਸ਼ ਜੀ। ਉਹਦੇ ਵਿੱਚ ਉਹਨਾਂ ਨੇ ਜਦੋਂ ਸਮਾਪਤੀ ਕੀਤੀ ਹੈ ਨਾ, ਤੇ ਉਹਨਾਂ ਨੇ ਖਾਲਸਾ ਪੰਥ ਦੀ ਤੇ ਨਿਰਮਲ ਸੰਪਰਦਾਇ ਦੀ 2-3 ਸ਼ਲੋਕ ਜਿਹੜੇ ਉਹ ਲਿਖੇ ਆ। ਉਹਨਾਂ ਨੇ ਉਹਦੇ ਵਿੱਚ ਲਿਖਿਆ ਆ ਵੀ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਹਰੀ ਅਵਤਾਰ, ਰਚਿਓ ਪੰਥ ਭਵ ਮੈਂ ਪ੍ਰਗਟ, ਦੋ ਵਿਦ ਕੋ ਵਿਸਥਾਰ। ਅੱਛਾ ਜੀ। ਉਹਨਾਂ ਨੇ 2 ਪ੍ਰਕਾਰ ਦਾ ਪੰਥ ਜਿਹੜਾ ਰਚਿਆ,
ਕਿਹੜਾ ਕਿਹੜਾ ਏਕਨ ਕੇ ਕਰ ਖੜਗ ਦੇ ਭੁਜਬਲ ਬਹੁ ਵਿਸਥਾਰ ਖਾਲਸੇ ਨੂੰ ਪਾਲਨ ਭੂਮੀ ਕੋ ਕਰਿਓ ਦੁਸ਼ਟਨ ਮੂਲ ਉਖਾਰ। ਠੀਕ ਹੈ ਜੀ। ਉਹਨਾਂ ਨੇ ਭੁਜਬਲ ਦਿੱਤਾ, ਉਹਨਾਂ ਨੂੰ ਖੜਗ ਪਕੜਾਈ ਤੇ ਏਕਨ ਕੀ ਪਿੱਖ ਮਿਮਲ ਮਤੀ। ਇੱਕ ਇਹ ਦੇਖੇ ਵੀ ਸਾਤਿਕ ਬਿਰਤੀ ਵਾਲੇ ਬ੍ਰਹਤ ਮਹਾਤਮਾ ਜਿਹੜੇ ਦੇਖੇ ਸਿੱਖ ਬ੍ਰਹਤ ਬਿਰਤੀ ਵਾਲੇ, ਉਹਨਾਂ ਦੀ ਬਤੀ ਨਿਰਮਲ ਦੇਖੀ ਵੀ ਇਹ ਰਾਜਸੀ ਠਾਠ ਵਾਲੇ ਨਹੀਂ ਹੈ। ਏਕਨ ਕੀ ਪਿੱਖ ਵਿਮਲ ਮਤੀ ਦੀਨੋ ਪਰਮ ਵਿਵੇਕ ਜੀ। ਨਿਰਮਲ ਭਾਖੇ ਜਗਤ ਤੇ ਹੇਰੇ ਬ੍ਰਹਮ ਸੋ ਏਕ। ਵਾਹ। ਉਹਨਾਂ ਨੂੰ ਸੰਸਾਰ ਦੇ ਲੋਕ ਨਿਰਮਲੇ ਸੰਤ ਕਹਿੰਦੇ ਆ। ਕੀ ਬਾਤ। ਯਾਨੀ ਇਹ ਪਰੰਪਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਗੁਰੂ ਨਾਨਕ ਸਾਹਿਬ ਜੀ ਦੇ ਸੰਕਲਪ ਚੋਂ ਪੈਦਾ ਹੋਈ ਹੈ। ਕੀ ਬਾਤ। ਤੇ ਇਹ ਪਠਨ ਪਾਠਨ ਇਸ ਤਰ੍ਹਾਂ ਦੀ ਪੱਧਤੀ ਹੈ ਨਿਰਮਲੇ ਸੰਤਾਂ ਦੀ, ਉਦੋਂ ਵੀ ਤੇ ਹੁਣ ਵੀ। ਇਹ ਨਹੀਂ ਕਿ ਉਦੋਂ ਹੀ ਸੀ, ਉਦੋਂ ਤੋਂ ਲੈ ਕਰਕੇ ਹੁਣ ਤੱਕ। ਇਸ ਵੇਲੇ ਨਿਰਮਲ ਸੰਪਰਦਾਇ ਦੇ 2 ਨਿਰਮਲ ਸੰਸਕ੍ਰਿਤ ਦੇ ਵਿਦਿਆਲੇ ਆ, ਪਾਠਸ਼ਾਲਾ ਜੀ। ਇੱਕ ਤੇ ਨਿਰਮਲ ਸੰਸਕ੍ਰਿਤ ਪਾਠਸ਼ਾਲਾ ਕਨਖਲ ਹਰਿਦੁਆਰ ਜੀ। ਦੂਸਰੀ ਨਿਰਮਲ ਸੰਸਕ੍ਰਿਤ ਪਾਠਸ਼ਾਲਾ ਬਨਾਰਸ ਜੀ। ਉੱਥੇ ਸ਼ਾਸਤਰੀ ਜੀ ਉੱਥੇ ਕੋਈ ਵੀ ਜਾ ਕੇ ਪੜ੍ਹ ਸਕਦੇ? ਉੱਥੇ ਕੋਈ ਵੀ ਪੜ੍ਹ ਸਕਦਾ। ਉਹ ਸਿਲੇਬਸ ਜਿਹੜਾ ਯੂਨੀਵਰਸਿਟੀ ਦੇ ਨਾਲ ਉਹ ਆਪਣਾ ਵਿਦਿਆਲਿਆ ਅਟੈਚ ਹੈ। ਉਹਦਾ ਕਰਿਕੂਲਮ ਸੈੱਟ ਕੀਤਾ ਹਾਂ, ਉਹਦਾ ਜਿਹੜਾ ਮਤਲਬ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਜਿਹੜੀ ਹੈ ਉਹਦੇ ਅਨੁਸਾਰ ਸਿਲੇਬਸ ਹੈ। ਜੀ। ਉੱਥੇ ਇਹ ਸਾਰੀ ਪਠਨ ਪਾਠਨ ਦੀ ਪਰੰਪਰਾ ਜਿਹੜੀ ਚਲਾਈ ਜਾਂਦੀ ਹੈ। ਠੀਕ ਹੈ। ਉਦੋਂ ਵੀ ਤੇ ਹੁਣ ਵੀ ਪ੍ਰਚਾਰ ਪ੍ਰਸਾਰ, ਪਠਨ ਪਾਠਨ, ਅਧਿਐਨ ਅਧਿਆਪਨ, ਗ੍ਰੰਥਾਂ ਦਾ ਲਿਖਣਾ ਤੇ ਇਸ ਤਰ੍ਹਾਂ ਜਿਵੇਂ ਕੋਈ ਪੰਥਕ ਸਭਾਵਾਂ ਹੁੰਦੀਆਂ, ਪੰਥਕ ਇਕੱਠ ਹੁੰਦੇ ਆ, ਸ਼ਤਾਬਦੀਆਂ ਹੁੰਦੀਆਂ, ਉੱਥੇ ਜਾ ਕੇ ਵੀ ਮਤਲਬ ਪ੍ਰਚਾਰ ਪ੍ਰਸਾਰ। ਇਸ ਵੇਲੇ ਜਿਹੜੀ ਸੰਪਰਦਾਇ ਦੀ ਵਾਗਡੋਰ ਕਮਾਂਡ ਜਿਹੜੀ ਅਗਵਾਈ ਕਰ ਰਹੇ ਆ, ਉਹ ਵੀ ਬਹੁਤ ਮਹਾਨ ਵਿਭੂਤੀ ਹੈ, ਜਿਨ੍ਹਾਂ ਦੇ ਮਤਲਬ ਨਾਂ ਲੈਣ ਨਾਲ ਹੀ ਮਨੋਂ ਸਿਰ ਝੁਕ ਜਾਂਦਾ ਆ। ਉਹ ਇਸ ਵੇਲੇ ਜਿਹੜੇ ਮੌਜੂਦਾ ਮੁਖੀ ਆ, ਸਤਿਕਾਰਯੋਗ, ਜਿਹੜੇ ਜਿਨ੍ਹਾਂ ਨੇ ਉੱਥੋਂ ਬਨਾਰਸ ਵਿੱਚ ਕਈ ਸਾਲ ਰਹਿ ਕਰਕੇ ਤੇ ਅਧਿਐਨ ਅਧਿਆਪਨ ਕਰਕੇ ਤੇ ਵਿਦਾਂਤਾਚਾਰੀਆ ਦੀ ਡਿਗਰੀ ਵੀ ਉਹਨਾਂ ਕੋਲ ਹੈ। ਤੇ ਪੂਰਨ ਵਿਰਕਤ ਮਹਾਤਮਾ ਜਿਨ੍ਹਾਂ ਨੇ ਪੈਦਲ ਕਮ ਸੇ ਕਮ 20 ਸਾਲ ਪ੍ਰਚਾਰ ਕੀਤਾ, ਪੈਦਲ ਪੂਰੇ ਹਿੰਦੁਸਤਾਨ 'ਚ, ਯਾਨੀ ਉੱਥੋਂ ਜੰਮੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੈਦਲ 20 ਸਾਲ ਵਿਚਰ ਕੇ ਪ੍ਰਚਾਰ ਕੀਤਾ। ਜਿਹੜੇ ਇਸ ਵੇਲੇ ਮੁਖੀ ਆ, ਸਤਿਕਾਰਯੋਗ ਸ੍ਰੀਮੰਤ ਸਵਾਮੀ ਗਿਆਨਦੇਵ ਸਿੰਘ ਜੀ ਮਹਾਰਾਜ ਵਿਦਾਂਤਾਚਾਰੀਆ, ਆਪ ਸਭ ਸ਼ਾਇਦ ਦੇਖਦੇ ਰਹਿੰਦੇ ਹੋਗੇ। ਤਕਰੀਬਨ ਹਰ ਵੱਡੇ ਵੱਡੇ ਜਿੱਥੇ ਮਤਲਬ ਪੰਥਕ ਇਕੱਠ, ਸੰਪਰਦਾਵਾਂ ਦਾ ਇਕੱਠ, ਉਹਨਾਂ ਨੂੰ ਵਿਸ਼ੇਸ਼ ਕਰਕੇ ਬੁਲਾਇਆ ਜਾਂਦਾ ਆ। ਤੇ ਉਹਨਾਂ ਦੀ ਯਾਨੀ ਬਾਗਡੋਰ ਦੇ ਵਿੱਚ, ਉਹਨਾਂ ਦੀ ਕਮਾਂਡ ਦੇ ਵਿੱਚ ਅਨੇਕਾਂ ਵਿਦਿਆਰਥੀ ਸਾਡੇ ਵਰਗੇ ਜਿਹੜੇ ਆ, ਉਹਨਾਂ ਨੇ ਮਤਲਬ ਜਿਵੇਂ ਸਾਡਾ ਜੀਵਨ ਮਨ ਉਹਨਾਂ ਨੇ ਪਲਟ ਕੇ ਤੇ ਸਾਨੂੰ ਇੱਥੋਂ ਤੱਕ ਜੇ ਅੱਜ ਅਸੀਂ ਆਪ ਜੀ ਦੇ ਰੂਬਰੂ ਬੈਠੇ ਆ ਤੇ ਮਨ ਉਹਨਾਂ ਦਾ ਆਸ਼ੀਰਵਾਦ ਹੈ। ਉਹ ਇਸ ਵੇਲੇ ਵੀ ਕਿਰਪਾ ਜਿਵੇਂ ਕਰ ਰਹੇ, ਆਸ਼ੀਰਵਾਦ ਦੇ ਰਹੇ ਵਿਦਿਆਰਥੀ ਉਹਨਾਂ ਦੀ ਬਾਗਡੋਰ ਦੇ ਵਿੱਚ। ਨਿਰਮਲ ਸੰਪਰਦਾਇ ਹਰੇਕ ਸਿੱਖ ਪੰਥ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ, ਸ਼ਤਾਬਦੀਆਂ ਹੋਣ ਜਾਂ ਕੋਈ ਪ੍ਰਚਾਰ ਪ੍ਰਸਾਰ ਦਾ, ਤੇ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਨਿਰਮਲ ਸੰਪਰਦਾਇ ਜਿਹੜੀ ਹੈ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਜਿਵੇਂ ਪਹਿਲਾਂ ਕਰਦੀ ਰਹੀ ਹੈ। ਸੰਗਤ ਜੀ, ਨਿਰਮਲ ਭੇਖ ਦੇ ਅੰਦਰ ਜੋ ਸ਼ਾਸਤਰੀ ਜੀ ਨੇ ਗੱਲ ਦੱਸੀ ਹੈ, ਉਹ ਤੁਹਾਡੇ ਸਾਰੇ ਜੋ ਅੱਜ ਦਾ ਯੂਥ ਹੈ ਉਹ ਨੋਟ ਕਰੇ। ਸ਼ਾਸਤਰੀ ਜੀ ਨੇ ਜਿਹੜੇ 2 ਵੱਡੇ ਇੰਸਟੀਚਿਊਟਸ ਦੱਸੇ ਨੇ ਜੋ ਵਿਦਿਆ ਪੜ੍ਹਨ ਦੇ ਲਈ, ਅਗਰ ਜੋ ਕੋਈ ਇੱਛੁਕ ਹੋਵੇ ਉਹ ਜ਼ਰੂਰ ਜਾਏ, ਬਨਾਰਸ ਦੇ ਅੰਦਰ ਅਤੇ ਹਰਿਦੁਆਰ ਦੇ ਅੰਦਰ। ਤੇ ਇੱਕ ਸ਼ਾਸਤਰੀ ਜੀ ਉਸੇ ਪ੍ਰਸ਼ਨ, ਉਸੇ ਜਿਹੜਾ ਤੁਸੀਂ ਉੱਤਰ ਦਿੱਤਾ ਉਸ ਚੋਂ ਇੱਕ ਛੋਟਾ ਜਿਹਾ ਸਵਾਲ ਹੈ ਕਿ ਜੇ ਕੋਈ ਹੁਣ ਅੱਜ ਜਿਵੇਂ ਦਾਸ ਦੇ ਕੋਲ ਬੀਟੈਕ, ਐਮਟੈਕ ਤੇ ਪੀਐਚਡੀ ਦੀ ਮਕੈਨੀਕਲ ਦੀ ਡਿਗਰੀ ਹੈ ਜੀ, ਤੇ ਹੁਣ ਮੈਂ ਆਪਣੀ ਜੋ ਉੱਥੇ ਵਿਦਿਆ ਅੱਗੋਂ ਬਨਾਰਸ ਤੋਂ ਲੈਣਾ ਚਾਹਨਾ, ਉਹ ਮੇਰੀ ਵਿਦਿਆ ਸ਼ੁਰੂ ਤੋਂ ਸ਼ੁਰੂ ਹੋਵੇਗੀ ਕਿੱਥੋਂ? ਨਹੀਂ, ਉਹ ਜਿਵੇਂ ਨਾ ਬਨਾਰਸ ਯੂਨੀਵਰਸਿਟੀਆਂ ਜਿਹੜੀਆਂ ਨਾ, ਉਹਨਾਂ ਦਾ ਜਿਹੜਾ ਨਿਯਮ ਹੈ ਉਹ ਇਹ ਆ ਵੀ ਉੱਥੇ ਆਪਾਂ ਨੂੰ ਐਡਮਿਸ਼ਨ ਤਾਂ ਮਿਲ ਸਕਦੀ ਹੈ, ਮਤਲਬ ਉੱਥੇ ਕਿਸੇ ਵੀ ਪਾਠਸ਼ਾਲਾ 'ਚ, ਸੰਸਕ੍ਰਿਤ ਪਾਠਸ਼ਾਲਾ 'ਚ ਆਪਾਂ ਨੂੰ ਤਾਂ ਐਡਮਿਸ਼ਨ ਮਿਲ ਸਕਦੀ ਹੈ ਤੁਹਾਡੀ ਡਿਗਰੀ ਤੋਂ ਅੱਗੇ, ਜੇ ਤੁਹਾਡੀ ਉਸ ਡਿਗਰੀ ਦੇ ਵਿੱਚ ਸੰਸਕ੍ਰਿਤ ਪਹਿਲਾਂ ਸੀ ਜੀ, ਤੁਹਾਡੇ ਮਤਲਬ ਉਹਦੇ ਵਿੱਚ ਸਬਜੈਕਟ ਜੇ ਪਹਿਲਾਂ, ਜਿਵੇਂ ਹਰਿਆਣਾ 'ਚ ਮੇਰਾ ਖਿਆਲ ਸੰਸਕ੍ਰਿਤ ਇੱਧਰ ਹੈ, ਸਾਡੇ ਕੋਲ 10ਵੀਂ ਤੱਕ ਤਾਂ ਹੈ। ਹਾਂ, ਤੇ ਜੇ 10ਵੀਂ ਤੱਕ ਆਪਾਂ ਸੰਸਕ੍ਰਿਤ ਯਾਨੀ ਇੱਥੋਂ ਹੁੰਦੀ ਹੈ, ਫਿਰ ਆਪਾਂ ਨੂੰ ਉੱਥੇ ਜਾ ਕੇ 11ਵੀਂ ਦੇ ਵਿੱਚ ਜਿਵੇਂ ਉੱਥੇ ਮਿਲ ਸਕਦਾ ਹੈ। ਤੇ ਜੇ ਆਪਣੇ ਕੋਲ ਸੰਸਕ੍ਰਿਤ ਨਹੀਂ ਹੈ, ਫਿਰ ਆਪਾਂ ਨੂੰ ਉੱਥੇ ਸ਼ੁਰੂ 'ਚ ਡਿਗਰੀ ਵਾਸਤੇ ਜੇ ਸੁਤੰਤਰ ਪੜ੍ਹਨਾ ਹੈ ਫਿਰ ਤੇ ਪੜ੍ਹ ਸਕਦੇ ਹਾਂ, ਤੇ ਜੇ ਆਪਾਂ ਉੱਥੇ ਡਿਗਰੀ ਕਰਨਾ ਚਾਹੀਏ ਫਿਰ ਆਪਾਂ ਨੂੰ ਸੰਸਕ੍ਰਿਤ ਸਬਜੈਕਟ ਇੱਥੋਂ ਹੋਣਾ ਜ਼ਰੂਰੀ ਹੈ। ਜੇ ਨਹੀਂ ਹੈ ਤਾਂ ਫਿਰ ਉੱਥੇ ਸ਼ੁਰੂ ਤੋਂ ਲੱਗਣਾ ਪੈਂਦਾ। ਤੇ ਇਸ ਤਰ੍ਹਾਂ ਮਤਲਬ ਹੁਣ ਵੀ ਕਰ ਸਕਦੇ ਹਾਂ, ਜਾਂ ਫਿਰ ਸੁਤੰਤਰ ਅਧਿਐਨ ਕਰ ਸਕਦੇ ਹਾਂ। ਹੁਣ ਅਸੀਂ ਇੱਥੇ ਪੰਜਾਬ 'ਚ, ਸਾਡੀ ਮਹਾਂਪੁਰਸ਼ਾਂ ਨੇ ਪੰਜਾਬ 'ਚ ਵੀ ਡਿਊਟੀ ਲਾਈ ਹੈ ਪੜ੍ਹਾਉਣ ਦੀ, ਪਠਨ ਪਾਠਨ ਦੀ, ਤੇ ਸਾਡੇ ਕੋਲ ਮਤਲਬ ਤਕਰੀਬਨ ਹਰੇਕ ਸੰਪਰਦਾ ਦਾ ਸਿੰਘ ਦਾਸ ਦੇ ਕੋਲ ਆਉਂਦਾ ਹੈ। ਨਿਹੰਗ ਸਿੰਘ ਹੋਣ ਜਾਂ ਮਰੋ ਰਾੜਾ ਸਾਹਿਬ ਵਾਲੇ ਹੋਣ ਜਾਂ ਟਕਸਾਲ ਵਾਲੇ ਸਿੰਘ,
ਹੁਣ ਵੀ ਦਾਸ ਦੇ ਨਾਲ ਇੱਥੇ ਅੰਬਾਲੇ ਮੈਂ ਆ ਤੇ 2 ਨਿਹੰਗ ਸਿੰਘ ਦੇਖੇ ਹੋਣਗੇ ਆਪ ਜੀ ਨੇ, 2 ਨਿਹੰਗ ਸਿੰਘ ਫੌਜਾਂ ਹੁਣ ਵੀ ਦਾਸ ਦੇ ਨਾਲ ਹੈ। ਔਰ ਇੱਥੋਂ ਨਹੀਂ ਵਿਦੇਸ਼ਾਂ ਤੋਂ ਵੀ ਸਿੰਘ ਮਤਲਬ ਆਉਂਦੇ ਰਹਿੰਦੇ ਆ, ਤਕਰੀਬਨ ਪੜ੍ਹਦੇ ਰਹਿੰਦੇ ਆ। ਕੈਨੇਡਾ ਤੋਂ ਕਈ ਵਾਰੀ ਕੈਨੇਡਾ ਤੋਂ ਸਿੰਘ ਗਿਆਨਵਾਨ ਸਿੰਘ ਆਏ ਸੀ, ਦਿਲਕਰਨ ਸਿੰਘ ਆਏ ਸੀ, ਤੇ ਹੋਰ ਵੀ ਜਾਨੀ ਕਈ ਸਿੰਘ ਆਉਣ ਦੇ ਇੱਛੁਕ ਹੈ। ਤੇ ਇਸੇ ਤਰ੍ਹਾਂ ਹੁਣ ਵੀ ਉਹ ਪਠਨ ਪਾਠਨ ਦੀ ਪਰੰਪਰਾ ਜਿੰਨੀ ਗੁਰੂ ਮਹਾਰਾਜ ਨੇ ਜੋ ਬੁੱਧੀ ਦਿੱਤੀ ਹੈ ਜਾਂ ਉਹਨਾਂ ਨੇ ਬਲ ਦਿੱਤਾ ਹੈ, ਉਹਦੇ ਅਨੁਸਾਰ ਨਿਸ਼ਕਾਮ ਸੇਵਾ ਵਿਰਕਤ ਭਾਵਨਾ ਨਾਲ, ਨਿਸ਼ਕਾਮ ਭਾਵ ਦੇ ਨਾਲ ਹੁਣ ਵੀ ਕਰਨ ਦਾ ਯਤਨ ਕਰਦੇ ਆ। ਬਾਬਾ ਜੀ ਅੰਬਾਲੇ ਦੇ ਅੰਦਰ ਆਪ ਜੀ ਦਾ ਮਤਲਬ ਸੰਗਤ ਦੇ ਨਾਲ ਕਿਸ ਤਰ੍ਹਾਂ ਇੰਨਾ ਮੇਲ ਮਿਲਾਪ ਹੋਇਆ ਸੰਤ ਗਿਆਨੀ ਸ਼ੇਰ ਸਿੰਘ ਜੀ ਦੇ ਨਾਲ, ਜਾਂ ਕਿੱਦਾਂ ਥੋੜਾ ਜਿਹਾ? ਹਾਂ, ਵਿਸ਼ੇਸ਼ ਇਹਦੇ ਤੇ ਮਤਲਬ ਜਿਹੜਾ ਸਿਰੇ ਆ ਉਹ ਗਿਆਨੀ ਸ਼ੇਰ ਸਿੰਘ ਮਹਾਰਾਜ ਨੂੰ ਦੇਣਾ ਪਏਗਾ, ਕਿਉਂਕਿ ਉਹਨਾਂ ਦਾ ਨਿਰਮਲ ਸੰਪਰਦਾਇ ਦੇ ਨਾਲ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਮੇਰੇ ਤੋਂ ਵੱਡੇ ਮਹਾਂਪੁਰਖਾਂ ਨਾਲ, ਜਿਹੜੇ ਸ੍ਰੀ ਮਹੰਤ ਜੀ ਮਹਾਰਾਜ ਜਾਂ ਹੋਰ ਸਾਰਿਆਂ ਨਾਲ ਉਹਨਾਂ ਦਾ ਮੇਲ ਜੋੜ ਰਿਹਾ। ਤੇ ਉਹਨਾਂ ਦਾ ਜਿਹੜਾ ਮੇਲ ਸੀ ਅੱਜ ਦੇ ਹਰਿਦੁਆਰ ਤੋਂ ਪਹਿਲਾਂ 12 ਸਾਲ ਪਹਿਲਾਂ ਜਿਹੜਾ ਕੁੰਭ ਸੀ, ਹੁਣ ਕੁੰਭ ਫੇਰ ਆ ਰਿਹਾ ਆ ਮਾਰਚ ਅਪ੍ਰੈਲ 'ਚ, ਤੇ ਉੱਥੇ ਗਿਆਨੀ ਜੀ ਮਹਾਰਾਜ ਕਥਾ ਕਰਨ ਵਾਸਤੇ ਗਏ ਸੀ। ਤੇ ਦਾਸ ਦੀ ਡਿਊਟੀ ਉੱਥੇ ਜਿਹੜੀ ਸੀ ਮਤਲਬ ਪੂਰੇ ਜਿਹੜਾ ਆਪਣਾ ਸੰਚਾਲਨ ਸੀ, ਮੰਚ ਸੰਚਾਲਨ, ਸਟੇਜ ਦੀ ਜ਼ਿੰਮੇਵਾਰੀ। ਬਾਬਾ ਜੀ ਗੱਲ ਮੈਂ ਇੱਥੇ ਐਡ ਕਰਨੀ ਚਾਹਾਂਗਾ, 2012 ਦੇ ਅੰਦਰ ਇਲਾਹਾਬਾਦ ਦਾ ਕੁੰਭ ਸੀ, ਦਾਸ ਵੀ ਉੱਥੇ ਗਿਆ ਸੀਗਾ। ਹਾਂਜੀ, ਉੱਥੇ ਦਰਸ਼ਨ ਆਪ ਜੀ ਦੇ ਹੋਏ ਸੀਗੇ। ਉੱਥੇ ਵੀ ਗਿਆਨੀ ਜੀ ਜਦੋਂ ਗਏ ਉੱਥੇ ਵੀ ਮੇਰੀ ਡਿਊਟੀ ਸੀ। ਤਕਰੀਬਨ ਕੁੰਭ 'ਚ ਦਾਸ ਦੀ ਡਿਊਟੀ ਹੁੰਦੀ ਆ, ਮੰਚ ਦੀ, ਸਟੇਜ ਦੀ। ਤੇ ਉੱਥੋਂ ਫਿਰ ਗਿਆਨੀ ਜੀ ਦੇ ਨਾਲ ਉੱਥੇ ਕਈ ਦਿਨ ਰਹੇ ਤੇ ਉਹਨਾਂ ਨਾਲ ਪ੍ਰੇਮ ਭਾਵ ਬਣ ਗਿਆ। ਫਿਰ ਉਹਨਾਂ ਨੇ ਇੱਥੇ ਮਤਲਬ ਕਈ ਵਾਰ ਬੁਲਾਇਆ, ਉਹਨਾਂ ਦੇ ਮਾਧਿਅਮ ਨਾਲ ਫਿਰ ਜਿਹੜੀ ਆ ਸੰਗਤ ਦੇ ਰੂਬਰੂ ਇੱਥੇ ਮਤਲਬ ਕਥਾ ਕਰਨ ਦਾ ਮੰਜੀ ਸਾਹਿਬ ਗੁਰਦੁਆਰਾ ਬਾਦਸ਼ਾਹੀ ਬਾਗ ਸਮਾਂ ਮਿਲਿਆ ਸੈਮੀਨਾਰ। ਤੇ ਹੁਣ ਫਿਰ ਜਦੋਂ ਪ੍ਰੇਮ ਬਣ ਗਿਆ ਤੇ ਹੁਣ ਸਾਰੇ ਜਿੰਨੇ ਆਪ ਜੀ ਵਰਗੇ ਜਿਹੜੇ ਇੱਥੋਂ ਦੀ ਸੰਗਤ ਹੈ ਉਹਨਾਂ ਨੇ ਹੁਣ ਵੀ ਆਗਿਆ ਕੀਤੀ ਹੈ। ਤੇ ਹੁਣ ਵੀ ਬੇਨਤੀ ਕਰਾਂਗੇ ਬਾਬਾ ਜੀ, ਤੁਹਾਡੀ ਬਹੁਤ ਵੱਡੀ ਹੁਣ ਵੀ ਜਾਨੀ ਗਿਆਨੀ ਸ਼ੇਰ ਸਿੰਘ ਹੀ ਹੈ ਸਾਰੇ ਪ੍ਰੋਗਰਾਮ ਦੇ ਜਿਹੜੇ ਪ੍ਰੇਰਣਾ ਸਰੋਤ ਗਿਆਨੀ ਸ਼ੇਰ ਸਿੰਘ ਹੀ ਆ। ਤੇ ਉਹਨਾਂ ਦਾ ਕੱਲ ਵੀ ਮਤਲਬ ਗੱਲ ਮੇਰੀ ਹੋਈ ਸੀ ਤੇ ਉਹਨਾਂ ਨੇ ਕਿਹਾ ਤੇ ਮੈਂ ਕਿਹਾ ਵੀ ਜ਼ਰੂਰ ਮਹਾਰਾਜ ਆਗਿਆ ਮੰਨ ਕੇ। ਤੇ ਹੁਣ ਜਾਨੀ ਉਹਨਾਂ ਦਾ ਪ੍ਰੇਮ ਤੇ ਸੰਗਤ ਦਾ ਪ੍ਰੇਮ, ਫਿਰ ਨਿਰਮਲ ਸੰਪਰਦਾਇ ਦਾ ਵੈਸੇ ਵੀ ਅੰਬਾਲੇ ਨਾਲ ਨਾਤਾ ਪਹਿਲਾਂ ਤੋਂ ਹੀ ਆ। ਮੈਂ ਦੱਸਿਆ ਹੀ ਆ ਕਿ ਸਾਡੇ ਸਤਿਕਾਰਯੋਗ ਸੰਤ ਗਿਆਨੀ ਜਗਤ ਸਿੰਘ ਜੀ ਮਹਾਰਾਜ ਤਕਰੀਬਨ 50 ਸਾਲ ਉਹਨਾਂ ਨੇ ਇਸ ਧਰਤੀ ਤੇ ਰਹਿ ਕਰਕੇ ਜਿੱਥੇ ਗੁਰੂ ਸਾਹਿਬਾਨਾਂ ਦੇ ਗੁਰਦੁਆਰਿਆਂ ਦੀ ਸੇਵਾ ਤੇ ਨਾਲ ਹੀ ਹਾਂ ਇੱਕ ਵਿੱਚੋਂ ਭੁੱਲ ਗਿਆ ਦਾਸ ਵੀ ਜਦੋਂ ਜਿਸ ਸਮੇਂ ਸਿੱਖ ਜਿਹੜੇ ਸੀ ਜੰਗਲਾਂ ਦੇ ਵਿੱਚ ਜਿਹੜੀ 17ਵੀਂ 18ਵੀਂ ਸਦੀ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਪਠਾਣਾਂ ਦਾ ਮੁਗਲਾਂ ਦਾ ਰਾਜ ਹੋਣ ਦੇ ਕਾਰਨ ਮਤਲਬ ਸਿੱਖਾਂ ਨੂੰ ਆਪਣੀ ਸ਼ਾਸਤਰ ਦੀ ਤੇ ਵਿੱਦਿਆ ਉਹਨਾਂ ਕੋਲ ਸੀ ਤੇ ਸ਼ਾਸਤਰ ਦੇ ਦੁਆਰਾ ਉਹ ਗਊ ਗਰੀਬ ਦੀ ਰੱਖਿਆ ਕਰਦੇ ਸੀ। ਪਰ ਜ਼ੋਰ ਇੰਨਾ ਹੋਣ ਦੇ ਬਾਵਜੂਦ ਉਹ ਉਸ ਭੇਖ ਵਿੱਚ ਰਹਿ ਨਹੀਂ ਸੀ ਸਕਦੇ ਤੇ ਉਹਨਾਂ ਨੂੰ ਲੋਕ ਛਿਪ ਕੇ ਰਹਿਣਾ ਪੈਂਦਾ ਸੀ। ਉਸ ਸਮੇਂ ਫਿਰ ਗੁਰਦੁਆਰਿਆਂ ਦੀ ਸੇਵਾ ਸੰਭਾਲ, ਗ੍ਰੰਥਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਨਿਰਮਲ ਤੇ ਉਦਾਸੀ ਸੰਪਰਦਾਇ ਨੇ ਕੀਤੀ। ਨਿਰਮਲ ਸੰਪਰਦਾਇ ਦੇ ਮਹਾਂਪੁਰਸ਼, ਉਦਾਸੀ ਸੰਪਰਦਾਇ ਦੇ ਮਹਾਂਪੁਰਸ਼ ਇੱਥੋਂ ਤੱਕ ਜਿਵੇਂ ਹਰਮੰਦਰ ਸਾਹਿਬ ਜਾਂ ਹੋਰ ਬੜੇ ਬੜੇ ਜੋ ਪਵਿੱਤਰ ਸਥਾਨ ਹੈ ਉੱਥੇ ਦੀਵਾ ਤੱਕ ਨਹੀਂ ਸੀ ਉਹ ਜਗਾਉਣ ਦਿੰਦੇ ਲੋਕ। ਤੇ ਉੱਥੇ ਵੀ ਉਸ ਸਮੇਂ ਮਹਾਂਪੁਰਸ਼ਾਂ ਨੇ ਦੀਵਾ ਜਗਦਾ ਰੱਖਿਆ। ਉਸ ਸਮੇਂ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਮਤਲਬ ਜਿਵੇਂ ਕਿਵੇਂ ਉਹਨਾਂ ਨੇ ਉਹ ਆਪਣਾ ਸਾਹਿਤ, ਆਪਣੀ ਵਿਰਾਸਤ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ, ਉਹਦੇ 'ਚ ਕਈ ਸੰਤਾਂ ਦੀਆਂ ਸ਼ਹੀਦੀਆਂ ਵੀ ਹੋਈਆਂ, ਉਹਦੇ ਵਿੱਚ ਕਈ ਬਲੀਦਾਨ ਵੀ ਹੋਏ। ਬਾਬਾ ਜੀ ਜਦੋਂ ਸਿੱਖਾਂ ਦੇ ਉੱਤੇ ਮੁਸ਼ਕਿਲ ਸਮਾਂ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ, ਸਾਡੀ ਮਾਤਾਵਾਂ ਭੈਣਾਂ ਨੇ, ਵੱਡੇ ਬਜ਼ੁਰਗਾਂ ਨੇ ਜੋ ਔਖਾ ਸਮਾਂ ਦੇਖਿਆ, ਉਸ ਵੇਲੇ ਨਿਰਮਲ ਪੰਥ ਜਿਹੜਾ ਨਿਰਮਲ ਭੇਖ ਹੈ ਉਹਨਾਂ ਦਾ ਵਿਸ਼ੇਸ਼ ਸਹਿਯੋਗ ਜੋ ਸੇਵਾ ਸੰਭਾਲ ਵੱਲ ਸੀ ਉਹ ਵੀ ਥੋੜਾ ਜਿਹਾ ਟਿਊਕ ਮਾਤਰ ਜ਼ਰੂਰ ਚਾਨਣਾ ਪਾਓ। ਹਾਂ, ਉਹਨਾਂ ਨੇ ਨਾ ਮਤਲਬ ਉਹ ਜਿਵੇਂ ਮੈਂ ਦੱਸਿਆ ਵੀ ਉਸ ਸਮੇਂ ਨਿਰਮਲ ਤੇ ਉਦਾਸੀ ਦੋ ਸੰਪਰਦਾਵਾਂ ਜਿਹੜੀਆਂ ਸੀ ਉਹ ਕਿਉਂਕਿ ਐਸ ਭੇਖ ਦੇ ਵਿੱਚ ਸੀ ਤੇ ਉਹ ਕੁਝ ਸਾਧੂ ਬਿਰਤੀ 'ਚ ਰਹਿਣ ਵਾਲੇ ਤੇ ਉਹਨਾਂ ਨੇ ਉਸ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਗ੍ਰੰਥਾਂ ਦੀ ਸੇਵਾ ਸੰਭਾਲ ਤੇ ਨਾਲ ਹੀ ਇਕੱਲਾ ਇਹ ਹੀ ਨਹੀਂ, ਉੱਥੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਇਹ ਵੀ ਰਿਹਾ ਬਈ ਸਿੱਖ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਨ ਤੇ ਸ਼ਹੀਦ ਵੀ ਹੁੰਦੇ ਸਨ ਤੇ ਜਿਹੜੇ ਮਤਲਬ ਉਹਦੇ ਬਾਅਦ 'ਚ ਮਤਲਬ ਸਿੱਖੀ ਸਰੂਪ ਦੇ ਵਿੱਚ ਲਿਆ ਕਰਕੇ ਯੋਧੇ ਤਿਆਰ ਕਰਨੇ, ਵਿਸ਼ੇਸ਼ ਯੋਗਦਾਨ ਤੇ ਇਹ ਸੀ ਕਿ ਉਹ ਨਾਲ ਨਾਲ ਪ੍ਰਚਾਰ ਵੀ ਕਰਦੇ ਸਨ ਨਾ ਹਿੰਦੂਆਂ ਦੇ ਵਿੱਚ ਖਾਸ ਕਰਕੇ ਤੇ ਹਿੰਦੂਆਂ ਦੇ ਬੱਚਿਆਂ ਨੂੰ ਤਿਆਰ ਕਰਕੇ ਉਹਨਾਂ ਨੂੰ ਸਿੱਖੀ 'ਚ ਲੈ ਕੇ ਉਹਨਾਂ ਨੂੰ ਮਤਲਬ ਤਿਆਰ ਕਰਕੇ ਤੇ ਉਹਨਾਂ ਨੂੰ ਯੋਧੇ ਰੂਪ ਵਿੱਚ
ਫਿਰ ਉਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਤਿਆਰ ਕਰਕੇ ਲਿਆਉਣਾ। ਬਹੁਤ ਵੱਡੀ ਇਹ ਖਾਸ ਕਰਕੇ ਨਿਰਮਲ ਤੇ ਉਦਾਸੀ ਸੰਪਰਦਾਇ ਜੀ। ਯਾਨੀ ਨਿਰਮਲ ਸੰਪਰਦਾਇ ਨੇ ਇਹ ਕੰਮ ਹੀ ਉਸ ਸਮੇਂ ਕੀਤਾ ਵੀ ਜਿੱਥੇ ਗੁਰਦੁਆਰਿਆਂ ਦੀ ਸੇਵਾ ਸੰਭਾਲ, ਜੀ। ਗ੍ਰੰਥਾਂ ਦੀ ਸੇਵਾ ਸੰਭਾਲ, ਜੀ, ਜੀ। ਉੱਥੇ ਨਾਲ ਪ੍ਰਚਾਰ ਪ੍ਰਸਾਰ ਦੇ ਦੁਆਰਾ ਜਿਹੜੇ ਆ ਮਤਲਬ ਵਿੱਚੋਂ ਹੋਰ ਯੋਧੇ ਪੈਦਾ ਕਰਨੇ ਜੀ ਜੀ ਤੇ ਉਹਨਾਂ ਨੂੰ ਫਿਰ ਸੰਘਰਸ਼ ਵਿੱਚ ਲਿਆਉਣਾ, ਉਹਨਾਂ ਨੂੰ ਅੱਗੇ ਤਿਆਰ ਕਰਨਾ। ਇਹ ਵੀ ਬੜਾ ਯੋਗਦਾਨ ਜਿਹੜਾ ਨਿਰਮਲ ਸੰਪਰਦਾਇ ਦਾ ਉਸ ਸਮੇਂ ਰਿਹਾ ਜੀ। संगत जी, भाई गुरदास जी ने कहा, जैसे सात मंदिर कंचन के उसार दीने तैसा पुन एक गुरसिख को शब्द पढ़ाएगा। जे ਅਸੀਂ ਕਿਸੇ ਨੂੰ ਇੱਕ ਸ਼ਬਦ ਪੜ੍ਹਾ ਦਈਏ ਤੇ ਉਹ 7 ਮੰਦਰ ਸੋਨੇ ਦੇ ਦਾਨ ਕਰ ਦਈਏ ਬਰਾਬਰ ਹੈ। ਨਿਰਮਲ ਭੇਖ, ਨਿਰਮਲ ਸੰਤ ਸਮਾਜ ਕਿੱਡਾ ਵੱਡਾ ਯੋਗਦਾਨ ਦੇ ਰਹੇ ਨੇ। ਜਿਵੇਂ ਸੰਤ ਜੀ ਨੇ ਦੱਸਿਆ, ਕਵਿਰਾਜ ਭਾਈ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਪੰਡਤ ਤਾਰਾ ਸਿੰਘ ਨਰੋਤਮ ਜੀ ਵਰਗੇ ਮਹਾਪੁਰਸ਼ਾਂ ਨੇ ਜੋ ਪੰਥ ਨੂੰ ਦੇਣਾ ਦਿੱਤੀਆਂ ਨੇ, ਉਹਦਾ ਕੌਮ ਸਦਾ ਹੀ ਧੰਨਵਾਦੀ ਰਹੇਗੀ। ਇਹ ਨਿਰਮਲ ਭੇਖ ਦੀ ਖਾਲਸਾ ਜੀ ਜੋ ਸ਼ਾਸਤਰੀ ਜੀ ਨੇ, ਵਿਦਾਂਤਾਚਾਰਿਆ ਨੇ, ਉਹਨਾਂ ਦੇ ਨਾਲ ਤੁਸੀਂ ਵੀ ਅਕਾਲ ਸਹਾਇ ਦੇ ਮਾਧਿਅਮ ਦੇ ਰਾਹੀਂ ਜੋ ਇੰਟਰਵਿਊ ਸੁਣ ਰਹੇ ਹੋ, ਤੁਹਾਡਾ ਕੋਈ ਵੀ ਪ੍ਰਸ਼ਨ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਤੋਂ, ਭਾਈ ਗੁਰਦਾਸ ਜੀ ਵਾਰਾਂ ਤੋਂ, ਕੋਈ ਇਤਿਹਾਸ ਦੇ ਰਿਲੇਟਡ ਕੁਐਸਚਨ ਹੋਵੇ, ਤੁਸੀਂ ਸ਼ਾਸਤਰੀ ਜੀ ਤੋਂ ਇਹ ਚਰਚਾ ਵੀ ਕਰ ਸਕਦੇ ਹੋ। ਅਕਾਲ ਸਹਾਇ ਦੇ ਉੱਤੇ ਈਮੇਲ ਕਰਕੇ, ਫੋਨ ਨੰਬਰ ਦੇ ਉੱਤੇ ਜੋ ਆਪਣਾ ਪ੍ਰਸ਼ਨ ਹੈ ਪੁੱਛ ਸਕਦੇ ਹੋ। ਅਸੀਂ ਸਾਰੀ ਟੀਮ, ਅਕਾਲ ਸਹਾਇ ਦੀ ਟੀਮ ਅਤੇ ਸ਼ਾਸਤਰੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੰਨੇ ਪ੍ਰੇਮ ਦੇ ਨਾਲ ਆ ਕੇ ਸਾਡੇ ਪੁੱਛੇ। ਸ਼ਾਸਤਰੀ ਤੋਂ ਮਾਫੀ ਵੀ ਚਾਹਾਂਗੇ ਕਿ ਕੁਝ ਪ੍ਰਸ਼ਨ ਪੁੱਛਦੇ ਹੋਏ ਸਾਡੇ ਤੋਂ ਕੋਈ ਅਵਗਿਆ ਹੋ ਗਈ ਹੋਏ ਤੇ ਅਸੀਂ ਤੁਹਾਡੇ ਤੋਂ ਮਾਫੀ ਚਾਹਾਂਗੇ। ਬਾਕੀ ਤੁਸੀਂ ਬੜੇ ਹੀ ਪ੍ਰੇਮ ਦੇ ਨਾਲ, ਸੁਚੱਜੇ ਢੰਗ ਦੇ ਨਾਲ ਸਾਡੀ ਕੁਐਰੀਜ਼ ਜਿੰਨੀਆਂ ਵੀ ਸੀਗੀਆਂ ਉਹ ਕਲੀਅਰ ਕੀਤੀਆਂ। ਨਿਰਮਲ ਭੇਖ ਨੂੰ ਲੈ ਕੇ ਸਾਨੂੰ ਵਿਸ਼ੇਸ਼ ਗਿਆਨ ਦਿੱਤਾ ਕਿ ਨਿਰਮਲ ਭੇਖ ਦੇ ਅੰਦਰ ਕਿੰਨੇ ਮਹਾਨ ਮਹਾਪੁਰਸ਼ ਹੋਏ ਨੇ, ਉਹਨਾਂ ਦੀ ਕਿੰਨੀ ਘਾਲਣਾ ਹੋਈ ਹੈ, ਉਹਨਾਂ ਨੇ ਕਿੰਨੇ ਪ੍ਰੇਮ ਦੇ ਨਾਲ ਗੁਰੂ ਪੰਥ ਦੀ ਸੇਵਾ ਕੀਤੀ ਹੈ। ਅਸੀਂ ਤਹਿ ਦਿਲ ਤੋਂ ਧੰਨਵਾਦ ਹਾਂ ਸ਼ਾਸਤਰੀ ਜੀ ਦਾ ਤੇ ਤੁਹਾਡੇ ਵਿੱਦੇ ਗੁਰੂਆਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਇੱਥੇ ਸਾਡੇ ਕੋਲ ਭੇਜਿਆ। ਤੁਹਾਡੇ ਸਾਰੇ ਸਿੰਘਾਂ ਦਾ ਜੋ ਨਾਂ ਲਾਏ ਨੇ, ਸਾਰਿਆਂ ਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।